ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਵਾਰਡ ਅਟੈਂਡੈਂਟ ਦੇ ਅਤੇ ਮਲਟੀਪਲ ਹੈਲਥ ਵਰਕਰ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਇਸੇ ਸੰਬੰਧ ਵਿੱਚ ਜੀਕੇ ਦੀ ਜੋ ਸੀਰੀਜ਼ ਹੈ ਤੁਸੀਂ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਇਸ ਦਾ ਲਿੰਕ ਮਿਲ ਜਾਵੇਗਾ। ਅੱਜ ਜੋ ਤੁਸੀਂ ਆਪਣੀ ਸਕਰੀਨ ਉੱਤੇ ਵੀਡੀਓ ਦੇਖ ਰਹੇ ਹੋ ਇਹ ਮੈਥ ਦੇ ਚੈਪਟਰ 1 ਦਾ ਪਾਰਟ 2 ਹੈ। ਸੰਖਿਆਵਾਂ ਦੇ ਪਹਿਲੇ ਚੈਪਟਰ ਦਾ ਪਹਿਲਾ ਭਾਗ ਆਲਰੇਡੀ ਅਸੀਂ ਚੈਨਲ ਉੱਤੇ ਅਪਲੋਡ ਕਰ ਚੁੱਕੇ ਹਾਂ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀਡੀਓ ਵੀ ਦੇਖ ਲਿਓ। ਇਸ ਦੇ ਪਾਰਟ 1 ਵਿੱਚ ਅਸੀਂ ਕੁਝ ਈਜ਼ੀ ਟੌਪਿਕ ਡਿਸਕਸ ਕੀਤੇ ਸੀ ਅਤੇ ਪਾਰਟ 2 ਵਿੱਚ ਇਸ ਦੇ ਅਸੀਂ ਹੁਣ ਕੁਝ ਹਾਰਡ ਟੌਪਿਕ ਹੈ ਜਿਹੜੇ ਉਹ ਡਿਸਕਸ ਕਰਾਂਗੇ। ਜੋ ਚੈਨਲ ਉੱਤੇ ਨਵੇਂ ਆਏ ਹਨ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ ਤਾਂ ਕਿ ਤੁਹਾਡੀ ਵਾਰਡ ਅਟੈਂਡੈਂਟ ਦੀ ਤਿਆਰੀ ਸਾਡੇ ਨਾਲ ਜੁੜ ਕੇ ਬਹੁਤ ਚੰਗੀ ਤਰ੍ਹਾਂ ਹੋ ਸਕੇ। ਇਸ ਤੋਂ ਇਲਾਵਾ ਇਸ ਐਗਜ਼ਾਮ ਸੰਬੰਧੀ ਜੋ ਸਟੱਡੀ ਮਟੀਰੀਅਲ ਹੁੰਦਾ ਹੈ ਉਹ ਮੈਂ ਤੁਹਾਨੂੰ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਪਾ ਦਿੰਦਾ ਹਾਂ। ਇਸ ਲਈ ਇਹਨਾਂ ਦੋਨਾਂ ਨੂੰ ਜਾ ਕੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਜੁਆਇਨ ਕਰ ਲਵੋ ਜਾਂ ਫਿਰ ਆਪਣੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਜਿਸ ਟੌਪਿਕ ਤੇ ਮੈਂ ਵੀਡੀਓ ਨਹੀਂ ਬਣਾ ਪਾਉਂਦਾ ਜਾਂ ਫਿਰ ਇਸ ਵਾਰਡ ਅਟੈਂਡੈਂਟ ਸੰਬੰਧੀ ਸਾਰਾ ਸਟੱਡੀ ਮਟੀਰੀਅਲ ਮੈਂ ਇਹਨਾਂ ਦੋਨਾਂ ਚੈਨਲਾਂ ਉੱਤੇ ਪਾਵਾਂਗਾ। ਇਸ ਲਈ ਤੁਸੀਂ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਨੂੰ ਵੀ ਜ਼ਰੂਰ ਜੁਆਇਨ ਕਰ ਲਿਓ। ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਸੰਖਿਆਵਾਂ ਦਾ ਪਾਰਟ 2 ਕਰਨ ਜਾ ਰਹੇ ਹਾਂ। ਇਸ ਦੇ ਅਸੀਂ ਅੱਜ ਵੀ 10 ਕੁਐਸਚਨ ਸੋਲਵ ਕਰਕੇ ਵੇਖਾਂਗੇ ਜੋ ਕਿ ਤੁਸੀਂ ਚੰਗੀ ਤਰ੍ਹਾਂ ਨਾਲ ਦੀ ਨਾਲ ਸਮਝਣੇ ਹਨ ਤੇ ਹੋ ਸਕੇ ਤਾਂ ਇਹਨਾਂ ਨੂੰ ਨੋਟ ਵੀ ਕਰ ਲਿਓ। ਕੁਐਸਚਨ ਨੰਬਰ 1 ਸ਼ੁਰੂ ਕਰਦੇ ਹਾਂ। ਅੰਕ 2805 ਦਾ ਪ੍ਰਯੋਗ ਕਰਕੇ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕੀ ਹੈ। ਇਸ ਵਿੱਚ ਦੇਖਣਯੋਗ ਇਹ ਹੈ ਕਿ ਅਸੀਂ ਸਿਰਫ ਇਹਨਾਂ 4 ਅੰਕਾਂ ਦੀ ਹੀ ਵਰਤੋਂ ਕਰ ਸਕਦੇ ਹਾਂ ਕਿਉਂਕਿ ਅਸੀਂ ਇਹਨਾਂ 4 ਅੰਕਾਂ ਦਾ ਪ੍ਰਯੋਗ ਕਰਕੇ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬਣਾਉਣੀ ਹੈ। ਤਾਂ ਸਾਡੇ ਕੋਲ ਇਹ ਚਾਰੋਂ ਅੰਕ ਕੀ ਹਨ 2 8 0 ਤੇ 5। ਪਰ ਅਸੀਂ ਜੋ ਸੰਖਿਆ ਬਣਾਉਣੀ ਹੈ ਉਹ ਸਾਨੂੰ 3 ਅੰਕਾਂ ਦੀ ਚਾਹੀਦੀ ਹੈ। 3 ਅੰਕਾਂ ਦੀ ਸਭ ਤੋਂ ਵੱਡੀ ਤਾਂ ਉਹ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਇਸ ਲਈ ਸਾਡੇ ਕੋਲ 3 ਅੰਕਾਂ ਦੀ ਜਗ੍ਹਾ ਹੈ। ਹੁਣ ਅਸੀਂ ਇਹਨਾਂ ਤਿੰਨਾਂ ਲਈ ਸਭ ਤੋਂ ਵੱਡੀ ਸੰਖਿਆ ਬਣਾਉਣ ਲਈ ਪਹਿਲੀ ਜਗ੍ਹਾ ਤੇ ਇਸ ਵਿੱਚੋਂ ਸਭ ਤੋਂ ਵੱਡਾ ਅੰਕ ਚੱਕਾਂਗੇ ਕਿਉਂਕਿ ਜਿਸ ਦੇ ਅੱਗੇ ਸਭ ਤੋਂ ਵੱਡਾ ਹੈ ਉਹ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਤਾਂ ਇਸ ਵਿੱਚ ਸਭ ਤੋਂ ਵੱਡੀ ਅੰਕ ਜੋ ਹੈ ਉਹ 8 ਹੈ ਤਾਂ ਅਸੀਂ ਪਹਿਲੀ ਜਗ੍ਹਾ ਤੇ 8 ਰੱਖ ਲਿਆਂਗੇ। ਫਿਰ 8 ਤੋਂ ਛੋਟਾ ਪਰ ਬਾਕੀਆਂ ਤੋਂ ਵੱਡਾ ਉਹ 5 ਹੈ। ਹੁਣ 5 ਤੋਂ ਛੋਟਾ ਪਰ ਆਖਰੀ ਤੋਂ ਵੱਡਾ 2 ਹੈ। ਇਸ ਤੋਂ ਭਾਵ ਹੈ ਕਿ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਸਾਡੇ ਕੋਲ 852 ਹੈ ਜੋ ਇਹਨਾਂ 4 ਅੰਕਾਂ ਨੂੰ ਵਰਤੋਂ ਕਰਕੇ ਅਸੀਂ ਬਣਾ ਸਕਦੇ ਹਾਂ। ਹੁਣ ਚੱਲਦੇ ਹਾਂ ਅਗਲੇ ਸਵਾਲ ਤੇ। ਸਵਾਲ ਨੰਬਰ 2 1 ਤੋਂ 100 ਤੱਕ ਦੀਆਂ ਸੰਖਿਆਵਾਂ ਵਿੱਚ 9 ਕਿੰਨੀ ਵਾਰ ਆਉਂਦਾ ਹੈ। 1 ਤੋਂ 100 ਤੱਕ ਦੀ ਗਿਣਤੀ ਵਿੱਚ ਅਸੀਂ ਕਿੰਨੀ ਵਾਰ 9 ਲਿਖਦੇ ਹਾਂ ਜਾਂ 9 ਕਿੰਨੀ ਵਾਰ ਵਰਤੋਂ ਵਿੱਚ ਆਉਂਦਾ ਹੈ ਅਸੀਂ ਇਹ ਇਸ ਵਿੱਚ ਦੱਸਣਾ ਹੈ। ਇਸ ਨੂੰ ਦੇਖੋ ਤੁਸੀਂ ਸਾਰੀ ਗਿਣਤੀ ਲਿਖਣ ਨਹੀਂ ਬੈਠ ਜਾਣਾ। ਅਸੀਂ ਸਿਰਫ 9 ਅੰਕ ਨੂੰ ਚੱਕਣਾ ਹੈ, ਇਸ ਨੂੰ ਦੇਖਣਾ ਹੈ। ਤਾਂ 1 ਤੋਂ ਲੈ ਕੇ 10 ਵਾਰ ਤੱਕ 1 ਤੋਂ ਲੈ ਕੇ 10 ਤੱਕ 9 ਕਿੰਨੀ ਵਾਰ ਆਉਂਦਾ ਹੈ ਸਿਰਫ 1 ਵਾਰ ਜੋ ਕਿ ਇੱਥੇ। ਬਾਕੀ 2 3 4 5 6 7 8 ਇਹ ਤੁਸੀਂ ਨਹੀਂ ਦੇਖਣੇ ਸਿਰਫ 9। ਇਸੇ ਤਰ੍ਹਾਂ 11 ਤੋਂ ਲੈ ਕੇ 20 ਤੱਕ ਸਿਰਫ 1 ਵਾਰ ਮਤਲਬ 19 ਵਿੱਚ ਇੱਥੇ ਵੀ 1 ਵਾਰ। ਇਸੇ ਤਰ੍ਹਾਂ 21 ਤੋਂ ਲੈ ਕੇ 30 ਤੱਕ ਵੀ 9 1 ਵਾਰ ਹੀ ਆਂਦਾ ਹੈ 29 ਵਿੱਚ। ਇਸੇ ਤਰ੍ਹਾਂ 39 ਵਿੱਚ 49 59 69 89 99 99। ਹੁਣ ਇਹਨਾਂ ਤੋਂ ਇਲਾਵਾ 9 ਹੋਰ ਕਿੰਨੀ ਵਾਰ ਆਇਆ ਹੈ ਅਸੀਂ ਇਹ ਵੀ ਦੇਖਣਾ ਹੈ। ਤਾਂ ਦੇਖੋ ਇੱਥੇ ਤੱਕ ਤਾਂ 9 ਬਿਲਕੁਲ ਵੀ ਰਿਪੀਟ ਨਹੀਂ ਹੋਇਆ ਪਰੰਤੂ ਇਸ ਤੋਂ ਬਾਅਦ ਜਦੋਂ 90 ਆਉਣਾ ਹੈ ਤਾਂ 9 ਫਿਰ ਲਿਖਿਆ ਗਿਆ ਤੇ ਇਸ ਤੋਂ ਅਗਲੀ ਪੂਰੀ ਲਾਈਨ ਵਿੱਚ मतलब
91, 92, 93, 94, 95, 96 ਤੇ 98, 99। ਇਸ ਵਿੱਚ ਵੀ 9 ਦੇਖੋ ਕਿੰਨੀ ਵਾਰ ਆਇਆ ਹੈ। ਤੁਸੀਂ ਇਸ ਵਿੱਚ ਸਿਰਫ 9 ਦਾ ਪਤਾ ਕਰਨਾ ਹੈ। ਤਾਂ ਹੁਣ ਅਸੀਂ 9 ਗਿਣਦੇ ਹਾਂ। 1 2 3 4 5 6 7 8 9 ਤੇ 10। ਇੱਥੇ ਤੱਕ 9 10 ਵਾਰ ਆਇਆ ਹੈ। ਆਖਰੀ ਲਾਈਨ ਵਿੱਚ 91 ਤੋਂ ਲੈ ਕੇ 100 ਤੱਕ 1 2 3 4 5 6 7 8 9 ਤੇ 10। याद रखो 99 ਵਿੱਚ ਉਹ 2 ਵਾਰ ਆਇਆ ਹੈ, ਅਸੀਂ ਇੱਕ ਵਾਰ ਨਹੀਂ ਲੈਣਾ। ਤਾਂ 10 ਜਮਾ 10 ਮਤਲਬ 9 ਜੋ ਹੈ ਉਹ 20 ਵਾਰ ਆਇਆ ਹੈ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਵਿੱਚ। ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਤੁਸੀਂ ਸਿਰਫ 9 ਵਾਲੇ ਡਿਜਿਟ ਦੇਖਣੇ ਹਨ, 1 ਤੋਂ ਲੈ ਕੇ 10 ਤੱਕ, 11 ਤੋਂ ਲੈ ਕੇ 20 ਤੱਕ, 21 ਤੋਂ 30 ਤੱਕ। ਇਹ ਸਾਰੇ ਇੱਕ ਇੱਕ ਵਾਰ ਆਏ ਹਨ। ਇੱਥੇ 2 ਵਾਰ ਆਇਆ ਹੈ ਤੇ ਇਸ ਪੂਰੀ ਲਾਈਨ ਵਿੱਚ 10 ਵਾਰ ਆਇਆ ਹੈ। ਇਸ ਤਰ੍ਹਾਂ ਸਾਡੇ ਕੋਲ 9 20 ਵਾਰ ਬਣ ਗਿਆ 1 ਤੋਂ 100 ਦੇ ਵਿਚਕਾਰ। ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਤੀਸਰਾ ਸਵਾਲ ਹੈ 11 ਅਤੇ 91 ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ। ਹੁਣ ਅਸੀਂ 11 ਤੇ 91 ਦੇ ਵਿਚਕਾਰ ਪੂਰਨ ਸੰਖਿਆਵਾਂ ਦੱਸੀਆਂ ਹਨ। ਇਸ ਨੂੰ ਵੀ ਸੋਲਵ ਕਰਨ ਦਾ ਤਰੀਕਾ ਹੈ। ਤੁਸੀਂ ਇਸ ਵਿੱਚ ਸਾਰੀ ਗਿਣਤੀ ਤਾਂ ਨਹੀਂ ਦੇਖ ਸਕਦੇ ਕਿਉਂਕਿ ਇੰਨਾ ਵਕਤ ਨਹੀਂ ਹੋਏਗਾ ਕਿ ਤੁਸੀਂ 12 13 14 15 ਤੇ 90 ਤੱਕ ਦੇਖੋ ਕਿ ਇਸ ਵਿੱਚ ਕਿੰਨੀਆਂ ਜੋ ਸੰਖਿਆਵਾਂ ਪੂਰਨ ਆ ਗਈਆਂ ਹਨ, ਕਿਉਂਕਿ ਅਸੀਂ ਪੂਰਨ ਸੰਖਿਆਵਾਂ ਦੱਸਣੀਆਂ ਹਨ। ਪੂਰਨ ਸੰਖਿਆਵਾਂ ਦਾ ਮਤਲਬ ਹੈ ਸਾਰੀਆਂ ਹੀ ਸੰਖਿਆਵਾਂ। ਪੂਰਨ ਸੰਖਿਆਵਾਂ ਜੋ 1 ਤੋਂ ਲੈ ਕੇ ਸ਼ੁਰੂ ਹੁੰਦੀਆਂ ਹਨ ਅਤੇ ਇਹ ਅੱਗੇ ਚੱਲਦੀਆਂ ਰਹਿੰਦੀਆਂ ਹਨ। ਤਾਂ ਅਸੀਂ ਇਹਨਾਂ ਦੋਨਾਂ ਵਿੱਚ ਕਿਵੇਂ ਦੱਸਾਂਗੇ? ਇਸ ਦਾ ਤਰੀਕਾ ਇਹ ਹੈ, ਤੁਸੀਂ ਆਖਰੀ ਵਿੱਚੋਂ ਪਹਿਲੀ ਨੂੰ ਘਟਾਉਣਾ ਹੈ। 91 ਚੋਂ 11 ਨੂੰ ਘਟਾਉਣਾ ਹੈ। ਇਹ ਸਾਡੇ ਕੋਲ ਬਣ ਗਿਆ 80 ਤੇ ਫਿਰ 80 ਵਿੱਚੋਂ ਵੀ 1 ਘਟਾਉਣਾ ਹੈ। ਇਹ ਸਾਡੇ ਕੋਲ ਬਣ ਗਿਆ 79। ਇਸ ਦੀ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਨ ਲੈ ਕੇ ਵੀ ਸਮਝਾ ਦਿੰਨੀ ਹਾਂ। ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਕਿਵੇਂ ਆਇਆ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡਾ ਉੱਤਰ ਜੋ ਠੀਕ ਹੈ। ਜੇਕਰ ਅਸੀਂ 3 ਤੋਂ 7 ਦੇ ਵਿਚਕਾਰ ਦੱਸਣਾ ਹੈ ਕਿ ਕਿੰਨੀਆਂ ਪੂਰਨ ਸੰਖਿਆਵਾਂ ਹਨ ਤਾਂ ਤੁਸੀਂ ਇਹ ਮੂੰਹ ਜ਼ਬਾਨੀ ਵੀ ਕਰ ਸਕਦੇ ਹੋ। 4 5 ਤੇ 6 ਮਤਲਬ 3। ਪਰ ਜੇਕਰ ਤੁਸੀਂ ਇਹਨਾਂ ਵਿਚਲੀਆਂ ਸੰਖਿਆਵਾਂ ਨੂੰ ਗਿਣਨਾ ਨਹੀਂ ਚਾਹੁੰਦੇ ਤਾਂ ਤੁਸੀਂ ਆਖਰੀ ਵਿੱਚੋਂ ਪਹਿਲੀ ਨੂੰ ਘਟਾਓ 4 ਤੇ ਉਸ ਵਿੱਚੋਂ ਫਿਰ 1 ਘਟਾ ਦਿਓ, ਮਤਲਬ 3 ਸੰਖਿਆਵਾਂ। ਤਾਂ ਤੁਹਾਡੀਆਂ ਉਹ 3 ਸੰਖਿਆਵਾਂ ਇਹੀ ਹੋਣਗੀਆਂ। ਉਮੀਦ ਹੈ ਤੁਹਾਨੂੰ ਇਹ ਸਵਾਲ ਸਮਝ ਆਇਆ ਹੋਵੇਗਾ। ਚਲੋ ਆਪਣੇ ਨੈਕਸਟ ਸਵਾਲ ਤੇ ਚੱਲਦੇ ਹਾਂ। ਸਵਾਲ ਨੰਬਰ 4 ਹੈ 896 ਗੁਣਾ 896 ਮਾਈਨਸ 204 ਗੁਣਾ 204। ਇਸ ਵਿੱਚ ਦੇਖੋ ਇਸ ਦੀ ਕੀ ਟ੍ਰਿਕ ਹੈ। ਇਹ ਸਾਡੇ ਕੋਲ ਬਣ ਰਿਹਾ ਹੈ 896 ਦੀ ਪਾਵਰ 2 ਕਿਉਂਕਿ ਇਹ 2 ਵਾਰ ਆਇਆ ਹੈ। ਇਸ ਚੋਂ ਘਟਾਣਾ ਹੈ 204 ਦੀ ਪਾਵਰ 2। ਇਹ ਸਾਡੇ ਕੋਲ ਸਿੱਧਾ ਸਿੱਧਾ ਇੱਕ ਫਾਰਮੂਲਾ ਬਣ ਰਿਹਾ ਹੈ। ਤੁਸੀਂ ਇਸ ਦਾ ਜੋ ਵਰਗ ਹੈ ਇਹ ਕੱਢ ਕੇ ਨਹੀਂ ਦੇਖਣਾ, ਇਸ ਵਿੱਚ ਬਹੁਤ ਸਾਰਾ ਟਾਈਮ ਲੱਗ ਜਾਵੇਗਾ ਤੇ ਫਿਰ ਇਸ ਦਾ ਵੀ ਕੱਢਣਾ ਪਵੇਗਾ। ਇਸ ਨੂੰ ਤੁਸੀਂ ਇੱਕ ਫਾਰਮੂਲਾ ਲਾ ਸਕਦੇ ਹੋ a² ਮਾਈਨਸ b²। ਇਹ ਹੁੰਦਾ ਹੈ a ਪਲੱਸ b ਤੇ a ਮਾਈਨਸ b। a ਦੇ ਵਰਗ ਵਿੱਚੋਂ b ਦੇ ਵਰਗ ਘਟਾਉਣ ਦਾ ਇਹ ਫਾਰਮੂਲਾ ਜੋ ਬਹੁਤ ਇੰਪੋਰਟੈਂਟ ਹੈ। ਇਸ ਤਰ੍ਹਾਂ ਦੇ ਸਾਰੇ ਫਾਰਮੂਲੇ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ। ਤਾਂ ਇਸ ਫਾਰਮੂਲੇ ਨੂੰ ਅਸੀਂ ਇੱਥੇ ਅਪਲਾਈ ਕਰਦੇ ਹਾਂ। a² ਮਾਈਨਸ b²। ਸਾਡਾ a ਇੱਥੇ ਕੀ ਬਣ ਗਿਆ 896 ਤੇ b² b ਹੈ 204। ਜਦੋਂ ਇਹ ਫਾਰਮੂਲਾ ਸੀ ਇਸ ਤੇ ਅਪਲਾਈ ਕਰਿਆ ਤਾਂ ਸਾਡੇ ਕੋਲ 896 ਦਾ ਵਰਗ ਮਾਈਨਸ 204 ਦਾ ਵਰਗ ਇਹ ਬਣ ਗਿਆ 896 ਪਲੱਸ 204 a ਪਲੱਸ b ਤੇ 896 ਮਾਈਨਸ 204। 896 ਵਿੱਚ 204
जमा किया तो साडे कोल बन जाएगा 1100। ते इसी तरह 896 विचों 204 नूं जदों माइनस किया ये तुहाडे कोल बन जाएगा 692। ये तुसीं खुद भी करके देख सकते हो। जदों असीं इन्हां दा गुणनफल पता करांगे तो 692 नूं सीधा गुणा करना है 11 नाल। इसलिए 1 नाल 692 692, 1 नाल 692 692, ये साडे कोल कितना बन जाएगा 7612 ਜਾਂ 7612 ਤੇ ਪਿੱਛੇ ਇਹ ਦੋ ਜ਼ੀਰੋਆਂ ਨਾਲ ਚੱਕ ਲੈਣੀਆਂ ਹਨ। ਇਹ ਇਸ ਦਾ ਉੱਤਰ ਬਣ ਗਿਆ। ਦੇਖੋ ਇਸ ਦਾ ਮੈਥਡ ਬਹੁਤ ਈਜ਼ੀ ਸੀ। ਜਿਨ੍ਹਾਂ ਨੂੰ ਇਹ ਫਾਰਮੂਲਾ ਯੂਜ਼ ਕਰਨਾ ਆਉਂਦਾ ਹੈ ਉਹਨਾਂ ਨੂੰ ਵਰਗ ਕੱਢ ਕੇ ਵੇਖਣ ਦੀ ਕੋਈ ਜ਼ਰੂਰਤ ਨਹੀਂ। ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਸਵਾਲ ਨੰਬਰ 5 7 ਦੀ ਪਾਵਰ 95 ਮਾਈਨਸ 3 ਦੀ ਪਾਵਰ 58 ਸੰਖਿਆ ਦਾ ਇਕਾਈ ਅੰਕ ਕੀ ਹੈ। ਇਕਾਈ ਅੰਕ ਬਾਰੇ ਪਹਿਲੇ ਪਾਰਟ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇਕਾਈ ਅੰਕ ਕਿਹੜਾ ਹੁੰਦਾ ਹੈ, ਜਿੱਥੇ ਮੈਂ ਇਕਾਈ, ਦਹਾਈ, ਸੈਂਕੜਾ ਤੇ ਹਜ਼ਾਰ ਦਾ ਵੀ ਪੂਰੀ ਐਕਸਪਲੇਨੇਸ਼ਨ ਦਿੱਤੀ ਸੀ। ਅੱਜ ਹੁਣ ਅਸੀਂ ਇਸ ਦਾ ਇਕਾਈ ਅੰਕ ਪਤਾ ਕਰਨਾ ਹੈ। ਇਕਾਈ ਅੰਕ ਤੋਂ ਭਾਵ ਇਹੀ ਹੈ ਕਿ 7 ਦੀ ਪਾਵਰ 95 ਚੋਂ ਜਦੋਂ ਅਸੀਂ ਮਾਈਨਸ ਕਰੀਏ 3 ਦੀ ਪਾਵਰ 58 ਤਾਂ ਸਾਡੇ ਕੋਲ ਇਸ ਦੀ ਜੋ ਵੀ ਵੈਲਿਊ ਹੈ ਉਸ ਦਾ ਆਖਰੀ ਅੰਕ ਕੀ ਹੈ। ਹੁਣ 7 ਦੀ ਪਾਵਰ 95 ਨੂੰ ਸੋਲਵ ਕਰਨਾ ਪੋਸੀਬਲ ਨਹੀਂ ਹੈ। ਅਸੀਂ ਐਡੀ ਵੱਡੀ ਵੈਲਿਊ ਨੂੰ ਕੱਢ ਕੇ ਨਹੀਂ ਦੇਖ ਸਕਦੇ, ਤਾਂ ਅਸੀਂ ਇਸ ਦੇ ਸਿਰਫ ਇਕਾਈ ਅੰਕ ਤੇ ਹੀ ਫੋਕਸ ਰੱਖਾਂਗੇ ਕਿ ਇਸ ਦਾ ਇਕਾਈ ਅੰਕ ਕੀ ਹੋਵੇਗਾ। ਦੇਖੋ 7 ਦੀ ਜੇਕਰ ਤੁਸੀਂ ਪਾਵਰ 4 ਲੈਂਦੇ ਹੋ ਤਾਂ ਇਹ ਤੁਹਾਡੇ ਕੋਲ ਕੀ ਬਣਦੀ ਹੈ। ਇਹ ਤੁਹਾਡੇ ਕੋਲ ਬਣਦੀ ਹੈ, ਕਿਉਂਕਿ 7 ਦਾ ਵਰਗ ਸਾਡੇ ਕੋਲ 49 ਹੁੰਦਾ ਹੈ ਤੇ 49 ਜਾਂ 7 ਮਤਲਬ 7 ਦੀ ਜੋ ਘਣ ਹੁੰਦਾ ਹੈ ਉਸ ਦਾ 343 ਤੇ ਇਸ ਨੂੰ ਜਦੋਂ ਅਸੀਂ 7 ਨਾਲ ਗੁਣਾ ਕਰਦੇ ਹਾਂ ਤਾਂ 7 ਦੀ ਪਾਵਰ 4 ਇਹ ਸਾਡੇ ਕੋਲ 2401 ਬਣਦਾ ਹੈ। ਹੁਣ ਤੁਸੀਂ ਦੇਖਣਾ ਹੈ ਕਿ ਇਸ ਦੀ ਕਿਹੜੀ ਪਾਵਰ ਨਾਲ ਸਾਡਾ ਇਕਾਈ ਅੰਕ 1 ਬਣਦਾ ਹੈ, ਤਾਂ 7 ਦੀ ਪਾਵਰ 4 ਲਾਉਣ ਨਾਲ ਸਾਡਾ ਇਕਾਈ ਅੰਕ ਜੋ 1 ਬਣ ਗਿਆ ਹੈ। ਇਸੇ ਤਰ੍ਹਾਂ 3 ਦਾ ਦੇਖਣਾ ਹੈ ਕਿ 3 ਦੀ ਪਾਵਰ ਅਸੀਂ ਕਿੰਨੀ ਲਈਏ ਕਿ ਉਸ ਦਾ ਇਕਾਈ ਅੰਕ 1 ਬਣ ਜਾਵੇ, ਤਾਂ 3 ਦੀ ਪਾਵਰ 2 ਸਾਡੇ ਕੋਲ 9 ਹੁੰਦਾ ਹੈ ਤੇ 3 ਦੀ ਪਾਵਰ 3 ਸਾਡੇ ਕੋਲ 27 ਹੁੰਦਾ ਹੈ। ਇਸੇ ਤਰ੍ਹਾਂ 3 ਦੀ ਪਾਵਰ 4 ਲਾਈਏ ਤਾਂ ਸਾਡੇ ਕੋਲ 81 ਬਣਦਾ ਹੈ। ਮਤਲਬ 3 ਦੀ ਪਾਵਰ 4 ਲਾਉਣ ਨਾਲ ਇਸ ਦਾ ਇਕਾਈ ਅੰਕ 81 ਬਣ ਗਿਆ। ਹੁਣ ਅਸੀਂ ਇਸ 4 ਵਿੱਚ ਹੀ ਇਸ ਨੂੰ ਸੋਲਵ ਕਰਨਾ ਹੈ। 95 ਨੂੰ 4 ਨਾਲ ਭਾਗ ਕੀਤਾ ਤਾਂ 7 ਦੀ ਪਾਵਰ 95 ਨੂੰ ਅਸੀਂ ਲਿਖ ਸਕਦੇ ਹਾਂ 7 4 ਗੁਣਾ 23 ਤੇ 4 ਗੁਣਾ 23 ਸਾਡੇ ਕੋਲ 92 ਬਣਦਾ ਹੈ। ਤਾਂ ਸਾਡੇ ਕੋਲ ਇਸ ਵਿੱਚ 3 ਘਟ ਗਿਆ ਹੈ ਤਾਂ 7 ਦੀ ਪਾਵਰ 3 ਇਸ ਦੇ ਨਾਲ ਲੱਗ ਜਾਵੇਗਾ, ਕਿਉਂਕਿ ਜਦੋਂ ਇਹ ਦੋਨੋਂ ਸੇਮ ਹੁੰਦੇ ਹਨ ਬੇਸ ਤਾਂ ਪਾਵਰਾਂ ਐਡ ਕਰ ਸਕਦੇ ਹਾਂ। ਤੇ ਹੁਣ ਇੱਥੇ ਦੇਖੋ ਇਸੇ ਤਰ੍ਹਾਂ ਮਾਈਨਸ 3 ਦੀ ਪਾਵਰ ਵੀ 4 ਵਿੱਚ ਬਣਾਣੀ ਹੈ। 3 ਦੀ ਪਾਵਰ 4 ਨੂੰ ਅਸੀਂ ਕਿਹਦੇ ਨਾਲ ਗੁਣਾ ਕਰੀਏ ਕਿ ਇਹ 58 ਦੇ ਨੇੜੇ ਤੇੜੇ ਬਣ ਜਾਵੇ। ਇਸ ਨੂੰ 14 ਨਾਲ ਕਰਦੇ ਹਾਂ ਤਾਂ ਇਹ 4 ਨੂੰ 14 ਨਾਲ ਗੁਣਾ ਕਰੇ 56 ਬਣਦਾ ਹੈ, ਤਾਂ ਸਾਡੇ ਕੋਲ 2 ਘਟ ਗਿਆ ਹੈ। ਹੁਣ ਅਸੀਂ ਇਸ ਦਾ ਇਕਾਈ ਅੰਕ 7 ਦੀ ਪਾਵਰ 4 ਦੀ ਪਾਵਰ 23 ਇਹ 1 ਬਣ ਗਿਆ, ਤਾਂ ਅਸੀਂ ਸਿਰਫ ਇਕਾਈ ਅੰਕ ਚੱਕਣਾ ਹੈ। 7 ਦੀ ਪਾਵਰ 3 ਦਾ ਇਕਾਈ ਅੰਕ ਕੀ ਬਣਦਾ ਹੈ। 7 ਦੀ ਪਾਵਰ 3 ਮੈਂ ਤੁਹਾਨੂੰ ਦੱਸਿਆ ਕਿ ਇਹ 343 ਹੁੰਦੀ ਹੈ, ਤਾਂ ਇਸ ਦਾ ਇਕਾਈ ਅੰਕ ਜੋ 3 ਬਣੇਗਾ। ਮਾਈਨਸ 3 ਦੀ ਪਾਵਰ 4 ਦਾ ਇਕਾਈ ਅੰਕ 1 ਬਣਦਾ ਹੈ। 1 ਦੀ ਜਦੋਂ 14 ਵਾਰ ਕਰਾਂਗੇ ਤਾਂ ਉਸ ਦਾ ਵੀ 1 ਹੀ ਆਵੇਗਾ 9 ਨਾਲ। ਹੁਣ ਸਾਡੇ ਇਕਾਈ ਅੰਕ ਪਿੱਛੇ 3 ਹੈ ਤੇ ਇਸ ਵਿੱਚੋਂ ਮਾਈਨਸ ਕੇ ਉੱਪਰ 3 ਰੱਖ ਕੇ ਵਿੱਚੋਂ 9 ਨੂੰ 13 ਬਣੇਗਾ। 13 ਚੋਂ 9 ਕੱਟਿਆ ਤਾਂ 4 ਆਵੇਗਾ। ਇਸ ਦਾ ਮਤਲਬ ਇਸ ਦਾ ਇਕਾਈ ਅੰਕ ਜੋ ਪਿੱਛੇ 4 ਬਣੇਗਾ। ਇਸ ਵਿੱਚ ਮੈਂ ਸਿਰਫ ਇਕਾਈ ਅੰਕ ਸੋਲਵ ਕੀਤੇ ਹਨ, ਅਸੀਂ ਪੂਰੀ ਰਕਮ ਬਿਲਕੁਲ ਵੀ ਨਹੀਂ ਚੱਕੀ ਕਿਉਂਕਿ ਅਸੀਂ ਉੱਤਰ ਸਿਰਫ ਇਕਾਈ ਅੰਕ ਦਾ ਦੇਣਾ ਸੀ। ਚੱਲਦੇ ਹਾਂ ਆਪਣੇ ਸਵਾਲ ਨੰਬਰ 6 ਤੇ। ਇਸ ਦੀ ਰਕਮ ਹੈ ਜੇਕਰ a/b 4/3 ਹੈ ਤਾਂ 3a + 2b 3a - 2b ਦਾ ਕੀ ਮਾਨ ਹੋਵੇਗਾ।
ਇਸ ਦੀ ਅਸੀਂ ਵੈਲਿਊ ਕੱਢਣੀ ਹੈ। ਦੇਖੋ ਹੁਣ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਕੀ ਹੈ, a/b ਦੀ ਸਾਨੂੰ ਵੈਲਿਊ ਦਿੱਤੀ ਹੋਈ ਹੈ ਤੇ ਅਸੀਂ ਇਸ ਦੀ ਵੈਲਿਊ ਕੱਢਣੀ ਹੈ। परंतु जो सानू ਇਹ ਇਸ ਦੀ ਵੈਲਿਊ ਦਿੱਤੀ ਹੈ ਇਹ ਇੱਕ ਅਨੁਪਾਤ ਦਿੱਤੀ ਹੋਈ ਹੈ। मतलब सानू a/b ਦੀ ਵੈਲਿਊ ਤਾਂ ਪਤਾ ਹੈ कि ਇਹ 4/3 है, परंतु इस दी ਅਸੀਂ किस तरह a और b ਨੂੰ ਕੱਲੇ ਕੱਲੇ ਤਾਂ नहीं पा सकते। तो ਅਸੀਂ ਇਸ ਵਿੱਚ ਕੀ ਕਰਾਂਗੇ, ਇਸ ਦਾ ਇੱਕ ਮੈਥਡ ਹੈ कि ਤੁਸੀਂ 3a + 2b जो भी ਦਿੱਤਾ ਹੋਇਆ ਹੈ ਇਸ ਦੇ ਦੋਨੇ ਉੱਪਰ ਤੇ ਨੀਚੇ ਨੂੰ b ਨਾਲ डिवाइड कर दवो। जो तुसी इसनू b नाल डिवाइड करोगे तो ये बन जाएगा 3a/b + 2b/b। इसी तरह नीचे 3a/b - 2b/b। ए b कैंसल हो जाएगा तो साडे कोल की रह गया 3a/b + 2 ਤੇ -2। ਹੁਣ ਅਸੀਂ ਇੱਥੇ ਸਿਰਫ a/b ਦੀ ਵੈਲਿਊ ਹੀ ਪਾਣੀ ਹੈ ਤਾਂ ਇੱਥੇ ਪਾ ਦੇਵੋ 3 ਗੁਣਾ a/b ਦੀ ਵੈਲਿਊ ਹੈ 4/3, 4/3 + 2, 3 4/3 - 2। ਹੁਣ ਦੇਖੋ ਇਹ 3 ਨਾਲ ਕੈਂਸਲ ਹੋ ਰਿਹਾ ਹੈ ਤਾਂ ਸਾਡੇ ਕੋਲ ਉੱਪਰ ਰਹਿ ਗਿਆ 4 + 2 यानी कि 6 ਤੇ 4 - 2 यानी कि 2 ਤੇ 2 ਨੂੰ 6 ਨਾਲ ਕੱਟਿਆ ਸਾਡੇ ਕੋਲ ਇਸ ਦਾ ਉੱਤਰ ਬਣਦਾ ਹੈ 3। ਇਸ ਤਰ੍ਹਾਂ ਤੁਸੀਂ ਇਸ ਸਵਾਲ ਨੂੰ ਹੱਲ ਕਰਨਾ ਹੈ। ਇਹ ਸਵਾਲ ਨੂੰ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ। ਵੈਸੇ ਤੁਸੀਂ ਇਸ ਵਿੱਚੋਂ ਇਕੱਲੇ a ਦੀ ਵੈਲਿਊ ਵੀ ਕੱਢ ਸਕਦੇ ਹੋ, ਜੋ ਕਿ ਇਸ ਨੂੰ ਕਰਨ ਦਾ ਦੂਸਰਾ ਮੈਥਡ ਹੈ ਕਿ ਇੱਥੋਂ a ਦੀ ਵੈਲਿਊ 4/3 b आ जाएगी। फिर इसनू इस विच पुट करके भी कढ़ सकते हो, पर यह मैथड काफ़ी लंबा जाता है। तुसी यही मैथड यूज़ करके इसनू पेपर विच हल करना है ताकि तुहाडा सवाल जल्दी हो जाए। चलते हैं अपने अगले सवाल ते। सवाल नंबर 7, दो संख्यावां दा जोड़ 11 है अते उन्हां दे वर्गां दा जोड़ 61 है, संख्यावां की हन? देखो कोई भी दो संख्यावां जिन्हां दा जोड़ 11 है अते उन्हां दे वर्गां दा जोड़ 61 है। जे असी उन्हां दो संख्यावां नूं मान लो x अते y हन तां दोहां दा जोड़ मतलब x + y 11 है अते वर्गां दा जोड़ x दा वर्ग प्लस y ਦਾ ਵਰਗ ਇਹ 61 है। ਹੁਣ ਅਸੀਂ x ਤੇ y ਦੀ ਇਸ ਵਿੱਚ ਵੈਲਿਊ ਦੱਸਣੀ ਹੈ ਇਹਨਾਂ ਸੰਖਿਆਵਾਂ ਦੀ ਕਿ ਕੀ ਵੈਲਿਊ ਹੋਵੇਗੀ। ਜੇਕਰ ਅਸੀਂ x + y ਦੇ ਵਰਗ ਵਿੱਚੋਂ x² + y² ਨੂੰ ਘਟਾਉਂਦੇ ਹਾਂ, ਤੁਸੀਂ ਇਸ ਦਾ ਫਾਰਮੂਲਾ ਲਾਓਗੇ x² + y² + 2xy - x² - y²। ਇਹ माइनस माइनस कट जाएंगे, साडे कोल पिछे रह गया 2xy। हुण असी x + y दी स्केयर नूं -x² + y² नूं 2xy लिख सकते हाँ। इत्थों असी 2xy दी वैल्यू कढ लैंदे आ, मतलब 2xy दी साडे कोल वैल्यू a होवेगी। इन्हां दी वैल्यूज़ पा दो। x + y दी साडे कोल वैल्यू 11 है, 11 दा स्केयर माइनस x² + y² साडे कोल की है 61। 11 दा स्केयर 121 ते 121 विचों 61 माइनस किता, ये साडे कोल हो जाएगा 60। मतलब 121 विचों असीं माइनस करांगे 61 तां साडे कोल 60 बन जाएगा। तो साडे कोल एक्स वाई की वैल्यू ये 2 उधर जाके डिवाइड हो जाएगा, 30 आ जाएगी। तो इत्थों साडे कोल एक्स वाई की वैल्यू 30 आ गई। हुण असीं की करना है, साडे कोल एक्स वाई भी है तो एक्स प्लस वाई भी है। हुण असीं इन्हां दी वैल्यूज़ कढ सकते हाँ। हुण असीं जिस तरह असी ये फार्मूला इस विच यूज़ किया है, इसी तरह असी
x ਮਾਈਨਸ y ਦੀ ਸਕੁਏਅਰ ਵੀ ਕੱਢ ਸਕਦੇ ਹਾਂ। ਇਹ ਕਿਸ ਦੇ ਬਰਾਬਰ ਹੋਵੇਗੀ? ਇਹ ਹੋਏਗੀ x ਪਲਸ y ਦੀ ਸਕੁਏਅਰ ਤੇ ਮਾਈਨਸ 4xy। ਤਾਂ ਸਾਡੇ ਕੋਲ x ਮਾਈਨਸ y ਦੀ ਸਕੁਏਅਰ ਕੀ ਬਣਦੀ ਹੈ? x ਪਲਸ y ਦਾ ਸਕੁਏਅਰ, ਮਤਲਬ 11 ਦਾ ਸਕੁਏਅਰ 121 ਮਾਈਨਸ 4 ਗੁਣਾ xy 30, ਤਾਂ ਇਹ ਆ ਜਾਏਗਾ 120। ਤਾਂ ਇਹ ਸਾਡੇ ਕੋਲ 1 ਬਣ ਗਿਆ। ਮਤਲਬ ਸਾਡੇ ਕੋਲ x ਮਾਈਨਸ y ਦੀ ਵੈਲਿਊ 1 ਬਣ ਗਈ ਤੇ x ਪਲਸ y ਦੀ ਵੈਲਿਊ ਕੀ ਸੀ? 11। ਹੁਣ ਤੁਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਸਿੰਪਲ ਸੋਲਵ ਕਰ ਸਕਦੇ ਹੋ। ਇੱਕ ਵਾਰ ਦੋਨਾਂ ਨੂੰ ਐਡ ਕਰ ਦੇਵੋ, y ਕੈਂਸਲ ਹੋ ਜਾਵੇਗਾ, 2x 12, x ਸਾਡੇ ਕੋਲ ਆ ਗਿਆ 6। ਇੱਕ ਵਾਰ ਦੋਨਾਂ ਨੂੰ ਮਾਈਨਸ ਕਰ ਦੇਵੋ, x ਚੋਂ x ਮਾਈਨਸ ਹੋ ਜਾਵੇਗਾ, y ਚੋਂ y ਮਾਈਨਸ ਕਰਿਆ ਤਾਂ ਮਾਈਨਸ 2y। ਇਸ ਤਰ੍ਹਾਂ ਇੱਕ ਵਿੱਚੋਂ 11 ਮਾਈਨਸ ਹੋਵੇਗਾ ਤਾਂ ਮਾਈਨਸ 10, ਕਿਉਂਕਿ 11 ਵੱਡਾ ਹੈ, ਵੱਡੇ ਦਾ ਮਾਈਨਸ ਨਾਲ ਆ ਜਾਵੇਗਾ, ਤਾਂ y ਆ ਗਿਆ ਸਾਡੇ ਕੋਲ 5। ਤਾਂ ਇੱਥੇ ਉਹ ਦੋਨੋਂ ਸੰਖਿਆ 5 ਅਤੇ 6 ਹਨ। ਤੁਸੀਂ ਇਸ ਵਿੱਚ ਸਵਾਲ ਵਿੱਚ ਇਹ ਦੁਬਾਰਾ ਪਾ ਕੇ ਵੀ ਦੇਖ ਸਕਦੇ ਹੋ। ਦੋ ਸੰਖਿਆਵਾਂ ਜਿਨ੍ਹਾਂ ਦਾ ਜੋੜ 11 ਹੈ। ਦੇਖੋ 5 ਤੇ 6 ਦਾ ਜੋੜ ਜੋ ਹੈ 11 ਹੈ ਅਤੇ ਉਹਨਾਂ ਦੇ ਵਰਗਾਂ ਦਾ ਜੋੜ 61 ਹੈ। ਜੇਕਰ ਤੁਸੀਂ ਇਸ ਦੇ ਵਰਗਾਂ ਦਾ ਜੋੜ ਕਰੋਗੇ ਤਾਂ 5 ਦਾ ਵਰਗ ਕੀ ਬਣੇਗਾ? 25 ਤੇ 6 ਦਾ ਵਰਗ ਕੀ ਬਣੇਗਾ? 36। ਤੇ ਇਹਨਾਂ ਦਾ ਜੋੜ ਕੀ ਹੈ? 61 ਬਣਦਾ ਹੈ। ਇਹ ਸਵਾਲ ਥੋੜਾ ਲੈਂਥੀ ਸੀ, ਪਰ ਜੋ ਤੁਸੀਂ ਇਸ ਦੇ ਨਾਲ ਦੇ 2-3 ਹੋਰ ਕਰ ਲਵੋਗੇ ਤਾਂ ਇਹ ਮੈਥਡ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਵੇਗਾ। ਚਲੋ ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ। ਜੇਕਰ 5 ਸਟਾਰ 2 3 ਅੰਕਾਂ ਦੀ ਸੰਖਿਆ ਹੈ ਅਤੇ 6 ਨਾਲ ਵੰਡਣਯੋਗ ਹੋਵੇ ਤਾਂ ਸਟਾਰ ਦਾ ਮਾਨ ਹੈ। ਦੇਖੋ ਜੋ ਸਾਨੂੰ ਇਹ ਸੰਖਿਆ ਦਿੱਤੀ ਹੋਈ ਹੈ ਇਹ 3 ਅੰਕਾਂ ਦੀ ਹੈ, ਜਿਹਦੇ ਵਿੱਚ ਅਸੀਂ ਇਹ ਅੰਕ ਜੋ ਪਤਾ ਕਰਨਾ ਹੈ ਤੇ ਸਾਨੂੰ ਨਾਲ ਹੀ ਦਿੱਤਾ ਹੈ ਕਿ ਇਹ 6 ਨਾਲ ਵੰਡਣਯੋਗ ਹੈ। ਦੇਖੋ ਜੇਕਰ ਤੁਸੀਂ ਇਸ ਨੂੰ 6 ਨਾਲ ਪੂਰਾ ਵੰਡ ਸਕਦੇ ਹੋ, ਇਸ ਦਾ ਮਤਲਬ ਹੈ 6 ਨਾਲ ਪੂਰਾ ਵੰਡਣ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ 2 ਤੇ 3 ਨਾਲ ਵੀ ਪੂਰਾ ਵੰਡ ਸਕਦੇ ਹੋ। ਤਾਂ 2 ਨਾਲ ਕਿਸੇ ਵੀ ਸੰਖਿਆ ਦੇ ਪੂਰਾ ਜਾਣ ਦੀ ਜੋ ਕੰਡੀਸ਼ਨ ਹੈ ਉਹ ਇਹ ਹੁੰਦੀ ਹੈ ਕਿ ਉਸ ਨਾਲ ਆਖਰੀ ਸੰਖਿਆ ਪੂਰੀ ਤਰ੍ਹਾਂ ਵੰਡ ਹੋਣੀ ਚਾਹੀਦੀ ਹੈ। ਤਾਂ 2 ਨਾਲ 2 ਤਾਂ ਵੰਡ ਹੁੰਦਾ ਹੈ, ਤਾਂ ਇਹ ਕੰਡੀਸ਼ਨ ਤਾਂ ਲੱਗ ਗਈ। ਇਸ ਦਾ ਮਤਲਬ ਇਹ 2 ਨਾਲ ਵੰਡੀ ਜਾ ਸਕਦੀ ਹੈ। 2 ਨਾਲ ਠੀਕ ਹੈ। ਹੁਣ ਅਸੀਂ 3 ਨਾਲ ਦੇਖਣਾ ਹੈ। ਜਦੋਂ ਵੀ ਕੋਈ ਸੰਖਿਆ 3 ਨਾਲ ਪੂਰੀ ਵੰਡੀ ਜਾ ਸਕਦੀ ਹੋਵੇ ਤਾਂ ਉਸ ਦੀ ਸਾਰੀ ਸੰਖਿਆ ਦੇ ਅੰਕਾਂ ਦਾ ਜੋੜ ਵੀ 3 ਨਾਲ ਵੰਡਿਆ ਜਾਣਾ ਚਾਹੀਦਾ ਹੈ। ਅੰਕਾਂ ਦਾ ਜੋੜ 3 ਨਾਲ ਵੰਡਿਆ ਜਾਵੇਗਾ। ਇਸ ਦੇ ਅੰਕਾਂ ਦਾ ਜੋੜ ਦੇਖੋ 5 ਤੇ 2 7 ਤੇ ਤੀਸਰੀ ਸੰਖਿਆ ਸਾਡੇ ਕੋਲ ਮਤਲਬ ਸੰਖਿਆ ਦਾ ਅੰਕ ਅਸੀਂ ਪਤਾ ਕਰਨਾ ਹੈ। 5 ਤੇ 2 7 ਹੋ ਗਏ। ਹੁਣ 7 ਵਿੱਚ ਅਸੀਂ ਅਜਿਹਾ ਕੀ ਜਮ੍ਹਾਂ ਕਰੀਏ ਜੋ ਇਸ ਸਟਾਰ ਦੀ ਵੈਲਿਊ ਹੈ ਕਿ ਇਹ 3 ਨਾਲ ਪੂਰਾ ਚਲੇ ਜਾਵੇ। ਦੇਖੋ ਜੇਕਰ ਅਸੀਂ ਇਸ ਨੂੰ ਸ਼ੁਰੂ ਕਰਦੇ ਹਾਂ 1 ਤੋਂ ਤਾਂ ਇਹ 8 ਬਣ ਜਾਵੇਗਾ ਜੋ ਕਿ 3 ਨਾਲ ਪੂਰਾ ਨਹੀਂ ਜਾਣਾ। 2 ਤੋਂ ਤਾਂ ਇਹ 9 ਬਣ ਜਾਵੇਗਾ ਜੋ ਕਿ 3 ਨਾਲ ਪੂਰਾ ਜਾਵੇਗਾ। ਵੈਸੇ ਤਾਂ ਇਸ ਵਿੱਚ ਅਸੀਂ ਕੁਝ ਹੋਰ ਵੀ ਪਾ ਸਕਦੇ ਹਾਂ, ਜਿਵੇਂ ਕਿ ਜੇ ਅਸੀਂ 5 ਪਾ ਲਈਏ ਫਿਰ ਵੀ ਇਹ 3 ਨਾਲ ਪੂਰਾ ਜਾਵੇਗਾ, ਪਰੰਤੂ ਅਸੀਂ ਇਸ ਦਾ ਸਭ ਤੋਂ ਛੋਟੀ ਵੈਲਿਊ ਪਹਿਲੀ ਹੀ ਵੈਲਿਊ ਜੋ ਅਸੀਂ ਇਸ ਦੀ ਸਟਾਰ ਦੀ ਜਗ੍ਹਾ 2 ਲੈਂਦੇ ਹਾਂ ਤਾਂ ਇਹਨਾਂ ਤਿੰਨੇ ਅੰਕਾਂ ਦਾ ਜੋੜ 9 ਬਣ ਜਾਵੇਗਾ ਜੋ ਕਿ 3 ਨਾਲ ਵੀ ਪੂਰਾ ਜਾਵੇਗਾ। ਇਸ ਦਾ ਮਤਲਬ ਸਾਡੀ ਸੰਖਿਆ 522 ਹੋਵੇਗੀ। ਸਟਾਰ ਦਾ ਮਾਨ ਸਾਡੇ ਕੋਲ ਉੱਤਰ ਜੋ 2 ਆਵੇਗਾ। 522 ਜੋ ਹੈ ਇਹ 6 ਨਾਲ ਵੀ ਪੂਰਾ ਜਾਵੇਗਾ, 2 ਨਾਲ ਵੀ ਤੇ 3 ਨਾਲ ਵੀ। 2 ਇਸ ਦਾ ਉੱਤਰ ਹੈ। ਸਵਾਲ ਨੰਬਰ 9, ਜੇਕਰ 10 ਨੂੰ ਕਿਸੇ ਸੰਖਿਆ ਦੇ 4 ਗੁਣਾ ਵਿੱਚ ਜੋੜਿਆ ਜਾਵੇ ਤਾਂ ਉਹ ਸੰਖਿਆ ਦੇ 5 ਗੁਣਾ ਤੋਂ 5 ਘੱਟ ਹੈ। ਸੰਖਿਆ ਦੱਸੋ। ਦੇਖੋ ਇਸ ਸਵਾਲ ਵਿੱਚ ਤੁਸੀਂ ਕੀ ਹੈ, ਜੋ ਅਸੀਂ ਸੰਖਿਆ ਪਤਾ ਕਰਨੀ ਹੈ, ਸੰਖਿਆ ਅਸੀਂ ਪਤਾ ਕਰਨੀ ਹੈ। ਇਸ ਸੰਖਿਆ ਨੂੰ ਮੰਨ ਲਓ ਕਿ ਸੰਖਿਆ ਸਾਡੀ x ਹੈ। ਹੁਣ ਇਹ ਕੀ ਕੰਡੀਸ਼ਨ ਦੇ ਰਹੇ ਹਨ ਕਿ 10 ਨੂੰ ਇਸ ਸੰਖਿਆ ਦੇ 4 ਗੁਣਾ ਵਿੱਚ ਜੋੜਿਆ ਜਾਵੇ। ਇਹ ਸੰਖਿਆ ਅਸੀਂ x ਲੈ ਲਈ, ਇਸ ਦਾ 4 ਗੁਣਾ 4x, ਇਸ ਵਿੱਚ 10 ਨੂੰ ਜੋੜਨਾ ਹੈ
देखो 10 ਨੂੰ किसी संख्या ਦੇ 4 गुणा ਵਿੱਚ ਜੋੜਿਆ ਜਾਵੇ ਤਾਂ ਉਹ संख्या ਦੇ 5 गुणा ਤੋਂ 5 ਘੱਟ ਹੈ। मतलब ਇਹ बराबर है इसी संख्या ਦੇ 5 गुणा ਤੋਂ ਜੇ ਅਸੀਂ 5 ਘੱਟ ਕਰ ਦਈਏ। बस हुणे साडे कोल पूरी स्टेटमेंट पूरी हो गई। इसनूं सॉल्व कर लो। 5x ये 4x उधर प्लस का है, इधर आके माइनस का हो जाएगा। यह 5 इधर माइनस का है, उधर जाके प्लस का हो जाएगा। ये साडे कोल बन गया 15 ते सज्जे हाथ साडे कोल बन गया x। इसका मतलब साडे कोल संख्या 15 है। इसनूं भी तुसीं दोबारा चैक कर सकते हो। 10 नूं इस संख्या के 4 गुणा विच जोड़ो, मतलब 10 नूं 15 के 4 गुणा विच जोड़ो ताकि वो तुहाडे कोल इसके 5 गुणा, मतलब इसे संख्या के 5 गुणा चो 5 घट बनता है। देखो 15 गुणा 4 60 प्लस 10 ये साडे कोल बनता है 70। 5 गुणा 15 75 माइनस 5 ये भी बनता है 70। इसका मतलब तुहाडा उत्तर बिल्कुल सही है। चलते हाँ सवाल नंबर 10 ते अज दे आखिरी सवाल ते। सवाल नंबर 10 है, जेकर 2 की पावर x माइनस 1 प्लस 2 की पावर x प्लस 1 320 है तो x की है। देखो हुण साडे कोल 2 की पावर दिती हुई है x माइनस 1, ये सानू दिता होया है। असी इस विचों x की वैल्यू पता करनी है। हुण इन्हां दोनों विचों असी इसनूं सिंपल बनाउण लई कॉमन कढ लैंदे हां। 2 की पावर x तो साडे कोल पिछे की रह गया। देखो 2 की पावर माइनस 1 ते 2 की पावर प्लस 1 बराबर 320। हुण असी 2 की पावर माइनस 1 नूं की लिख सकते हाँ 1/2, क्योंकि 1/2 तो भाव है इत्थे 2 की पावर जो हेठा प्लस 1 उपर जाके माइनस 1 हो जाएगी तो प्लस 2 की पावर 1 प्लस 1 का मतलब तो 2 ही हुंदा है। ये बराबर है 320। इसनूं सॉल्व कर लो। ये 4 प्लस 1 5/2। ये असी इसका सिंपल एलसीएम लिया है। हुण ये 5/2 नूं उधर ले जावो, 320 ये 2 जाएगा नाल ते 5 नीचे। ये साडे कोल उत्ते बन गया 640 ते 640 नूं 5 नाल डिवाइड किया तो साडे कोल 2 की पावर x की वैल्यू आ गई 128। हुण असी दोनों पासे डिजिट सेम करना हुंदा है ते पावर की वैल्यू कढनी हुंदी है। देखो 2 नूं कितनी बार करिए कि साडे कोल 128 आ जाए। दो की कितनी पावर लईए कि साडे कोल 128 आ जाए। देखो 2 की पावर 2 4, 2 की पावर 3 8, 2 की पावर 4 16 ते फिर 32 ते फिर 64 ते फिर 128। इसका मतलब 2 की पावर 7 करिए साडे कोल 128 बनेगा। तो साडे कोल इसनूं असीं किवें लिख सकते हाँ कि 2 की पावर x ते 128 नूं किवें लिख सकते हाँ 2 की पावर 7। जदों साडे कोल नीचे सेम होण तां असीं उपर वालिआं नूं कह दिंदे हां कि ये बराबर है, क्योंकि नीचे 2 है तो x 7 ही होवेगा। इस दे नाल तुहाडे अज दे क्वेश्चन खत्म हुंदे हन। धन्नवाद। संख्यावां विच सिर्फ इन्ना ही। तुसीं इस दे नाल दे होर क्वेश्चन करके अपनी चंगी तरह प्रैक्टिस कर सकते हो। ये सारे क्वेश्चन तुहाडे एग्जाम के हिसाब नाल बहुत ज़्यादा इंपॉर्टेंट हैं। इस तो इलावा तुसीं साडे टैलीग्राम और इंस्टाग्राम ग्रुपां नूं भी ज्वाइन कर सकते हो, जिथे कि मैं तुहानूं इसदा स्टडी मटीरियल प्रोवाइड करवावांगा और जिस सबजैक्ट उत्ते मैं वीडियो नहीं बना पाउंदा वो सारा मटीरियल मैं टैलीग्राम और इंस्टाग्राम उत्ते पा दिंदा हाँ। इसलिए तुसीं वीडियो के डिस्क्रिप्शन बॉक्स में जाके या तो सीधे तौर पर उसनूं ज्वाइन कर लवो या फिर अपने अपने टैलीग्राम और इंस्टाग्राम उत्ते स्टडी एंड इन्फो सर्च करके भी तुसीं इन्हां नूं ज्वाइन कर सकते हो। अज दी वीडियो इन्ना ही। मिलते हैं अगली वीडियो। तद तक लिए धन्यवाद।